संतां के कारज, आप खलोया संतां के कारज। हर कम करावण आया राम। श्री वाहिगुरु जी का खालसा, श्री वाहिगुरु जी की फतेह। जीवन कौतक संत बाबा महाहरनाम सिंह जी महाराज, डेरा रूमी वाला, भुच्चो कलां, जिला बठिंडा। सात जना की अचरज कथा, भाग 10वां। असीसां बाबा खेम सिंह जी, प्रकाशक बाबा सुखदेव सिंह जी। मौजूदा महापुरुष डेरा बाबा रूमी वाला, भुच्चो कलां, बठिंडा। तू ਅਸਚਰਜ ਕੁਦਰਤ ਤੇਰੀ ਬਿਸਮਾ, ਸੇਵਕ ਨੂੰ ਹਾਜ਼ਰ ਰੱਖਣਾ ਅਤੇ ਕਿਸੇ ਵੀ ਸਮੇਂ ਮਨ ਨੂੰ ਡੋਲਣ ਨਹੀਂ ਦੇਣਾ ਅਤੇ ਉਸ ਦੇ ਸਾਰੇ ਕਾਰਜ ਵੀ ਕਰਦੇ ਰਹਿਣਾ। ਇਹੋ ਜਿਹਾ ਤਰੀਕਾ ਵੀ ਕਦੇ ਕਦੇ ਬਾਬਾ ਜੀ ਵਰਤ ਲੈਂਦੇ ਸਨ। ਨੰਬਰਦਾਰ ਈਸਰ ਸਿੰਘ ਮਲੂਕੇ ਨੂੰ ਇੱਕ ਵਾਰ ਘਰੋਂ ਸੁਨੇਹਾ ਇਸ ਦਾ ਸੀਰੀ, ਜਿਸ ਦਾ ਨਾਮ ਰੁਲੀਆ ਸਿੰਘ ਸੀ, ਲੈ ਕੇ ਆਇਆ ਅਤੇ ਦੱਸਿਆ ਕਿ ਤੁਹਾਡਾ ਊਠ ਗੁਆਚ ਗਿਆ ਹੈ, ਪੜਤਾਲ ਕਰ ਲਵੋ। ਉਪਰੰਤ ਸੁਨੇਹਾ ਦੇ ਕੇ ਸੀਰੀ ਤਾਂ ਅੱਗੇ ਕਿਤੇ ਕੰਮ ਚਲਾ ਗਿਆ। ਠੀਕ ਉਸੇ ਸਮੇਂ ਬਾਬਾ ਜੀ ਵੀ ਸੁਣ ਰਹੇ ਸਨ। ਸ਼ਾਮ ਨੂੰ ਬਾਬਾ ਜੀ ਪੁੱਛਣ ਲੱਗੇ, ਨੰਬਰਦਾਰਾ, ਸੀਰੀ ਕੀ ਆਖਦਾ ਸੀ? ਨੰਬਰਦਾਰ ਨੇ ਕਿਹਾ, ਮਹਾਰਾਜ ਜੀ, ਉਹ ਸੁਨੇਹਾ ਦਿੰਦਾ ਸੀ ਕਿ ਆਪਣਾ ਊਠ ਗੁਆਚ ਗਿਆ ਹੈ, ਆ ਕੇ ਪੜਤਾਲ ਕਰ ਲਵੋ। ਸੁਣ ਕੇ ਬਾਬਾ ਜੀ ਨੇ ਬਚਨ ਕੀਤਾ। ਉਸਨੇ ਸਹੁੰ ਖਾ ਕੇ ਕਿਹਾ ਸੀ, ਊਠ ਗੁਆਚ ਗਿਆ ਹੈ। ਨੰਬਰਦਾਰ ਨੇ ਬੇਨਤੀ ਕੀਤੀ। ਉਸਨੇ ਸਹੁੰ ਤਾਂ ਨਹੀਂ ਖਾਧੀ। ਉਪਰੰਤ ਬਾਬਾ ਜੀ ਨੇ ਬਚਨ ਕੀਤਾ, ਜੇ ਤਾਂ ਉਹ ਬਾਲਮੀਕ ਦੀ ਸਹੁੰ ਖਾ ਕੇ ਆਖਦਾ ਊਠ ਗੁਆਚ ਗਿਆ ਹੈ, ਫੇਰ ਤਾਂ ਸੱਚ ਸੀ। ਤੇ ਪਹਿਰੇਦਾਰ ਨੇ ਵੀ ਪੁੱਛਣ 'ਤੇ ਦੱਸਿਆ ਕਿ ਉਸਨੇ ਇਕੱਲਾ ਸੁਨੇਹਾ ਹੀ ਦਿੱਤਾ ਹੈ ਤੇ ਸਹੁੰ ਨਹੀਂ ਖਾਧੀ। ਤਾਂ ਬਾਬਾ ਜੀ ਨੇ ਬਚਨ ਕੀਤਾ, ਜੇ ਸਹੁੰ ਨਹੀਂ ਖਾਧੀ ਤਾਂ ਊਠ ਗੁਆਚਿਆ ਨਹੀਂ। ਉਪਰੰਤ ਨੰਬਰਦਾਰ ਨੂੰ ਆਗਿਆ ਦੇ ਦਿੱਤੀ ਕਿ ਜਾਓ ਵੇਖ ਲਵੋ। ਜਿਸ ਸਮੇਂ ਨੰਬਰਦਾਰ ਨੇ ਘਰ ਜਾ ਕੇ ਪਤਾ ਕੀਤਾ ਤੇ ਊਠ ਗੁਆਚਿਆ ਮਿਲ ਗਿਆ ਸੀ। ਸਵੇਰੇ ਨੰਬਰਦਾਰ ਮੁੜ ਕੇ ਆ ਗਿਆ। ਬਾਬਾ ਜੀ ਨੇ ਪੁੱਛਿਆ, ਕਿਉਂ ਭਾਈ, ਕਿਵੇਂ? ਨੰਬਰਦਾਰ ਨੇ ਘਰ ਜਾ ਕੇ ਪਤਾ ਕੀਤਾ ਤੇ ਊਠ ਗੁਆਚਿਆ ਮਿਲਿਆ। ਨੰਬਰਦਾਰ ਨੇ ਬੇਨਤੀ ਕੀਤੀ, ਜੀ ਊਠ ਲੱਭ ਪਿਆ ਹੈ। ਤਾਂ ਬਾਬਾ ਜੀ ਨੇ ਫਿਰ ਉਹੀ ਬਚਨ ਕੀਤਾ, ਜੇ ਉਸਨੇ ਸਹੁੰ ਹੀ ਨਹੀਂ ਖਾਧੀ ਤਾਂ ਊਠ ਗੁਆਚਿਆ ਹੀ ਨਹੀਂ ਸੀ। ਇਹ ਬਚਨ ਰਤਨ ਸਿੰਘ ਢਿੱਲੋਂ, ਮਲੂਕੇ ਨਿਵਾਸੀ ਤੋਂ ਮਿਲਿਆ। ਜਿਤ ਹਉ ਲਾਈ ਤਿਤ ਹਉ ਲੱਗੀ, ਤੂੰ ਸੁਣ ਸੱਚ ਸੰਦੇਸਾ। ਇੱਕ ਸਮੇਂ ਬਾਬਾ ਮਹਾਹਰਨਾਮ ਸਿੰਘ ਜੀ ਨੇ ਭਾਈ ਰਤਨ ਸਿੰਘ ਡਰੋਲੀ ਨੂੰ ਆਪਣੇ ਕੋਲ ਸੱਦ ਕੇ ਹੁਕਮ ਕੀਤਾ, ਤੂੰ ਵੀ ਸੂਰਜ ਦਾ ਧਿਆਨ ਕਰਨਾ ਅਤੇ ਸਾਰਾ ਦਿਨ ਖੜੇ ਰਹਿਣਾ। ਉਪਰੰਤ ਇੱਕ ਸ਼ਬਦ ਵੀ ਦੱਸਿਆ। ਹੁਕਮ ਸੀ, ਨਾਲ ਇਸ ਦਾ ਪਾਠ ਕਰਦੇ ਰਹਿਣਾ। ਹੁਕਮ ਉਪਰੰਤ ਅਗਲੇ ਦਿਨ ਆਰੰਭ ਕਰ ਦਿੱਤਾ। ਪਹਿਲਾਂ ਲੰਗਰ ਤਿਆਰ ਕਰਕੇ ਲਿਆਉਣਾ ਤੇ ਵਰਤਾਉਣਾ। ਇਹ ਸੇਵਾ ਕਰਨ ਤੋਂ ਬਾਅਦ ਇਹ ਉੱਪਰਲਾ ਪ੍ਰਯੋਗ ਕਰਨਾ। ਤਕਰੀਬਨ 5 ਕੁ ਦਿਨ ਕੀਤਾ ਹੋਏਗਾ। ਸੂਰਜ ਦੀ ਰੋਸ਼ਨੀ ਤੇਜ਼ ਹੋਣ ਕਰਕੇ ਅੱਖਾਂ ਨੂੰ ਤਕਲੀਫ ਕੁਝ ਜ਼ਿਆਦਾ ਹੋ ਗਈ। ਉਪਰੰਤ ਬਾਬਾ ਜੀ ਕੋਲ ਬੇਨਤੀ ਕਰ ਦਿੱਤੀ। ਸੁਣ ਕੇ ਹਜ਼ੂਰ ਨੇ ਸਿਰ 'ਤੇ ਹੱਥ ਰੱਖਿਆ ਅਤੇ ਸ਼ਰ੍ਹਾ ਕਰਾਈ। ਉਪਰੰਤ ਅੱਖਾਂ ਦੀ ਤਕਲੀਫ ਵੀ ਹਟ ਗਈ ਤੇ ਬਚਨ ਕੀਤਾ, ਤੂੰ ਇਹ ਕੰਮ ਤਾਂ ਰਹਿਣ ਦੇ,
ਜਿਸ ਨੇ ਇਹ ਕੰਮ ਕੀਤਾ ਹੈ, ਤੂੰ ਉਸ ਦੀ ਸੇਵਾ ਕਰੀਂ। ਇਹ ਇਸ਼ਾਰਾ ਸੰਤ ਚਿੰਤਰਾਮ ਜੀ ਵੱਲ ਸੀ। ਉਪਰੰਤ ਸੰਤ ਚਿੰਤਰਾਮ ਜੀ ਦੀ ਸੇਵਾ ਮਿਲ ਗਈ। ਉਹ ਸੇਵਾ ਇਸ ਪ੍ਰਕਾਰ ਸੀ। ਇੱਕ ਪਤਲਾ ਕਣਕ ਦਾ ਫੁਲਕਾ ਲੈ ਕੇ ਨਿੱਕੀ ਨਿੱਕੀ ਬੁਰਕੀ ਕਰਨੀ, ਫਿਰ ਉਸ ਵਿੱਚ ਦਾਲ ਪਾਉਣੀ। ਕੁਝ ਸਮਾਂ ਪਈ ਰਹਿਣ ਤੋਂ ਬਾਅਦ ਬਾਬਾ ਜੀ ਦੀ ਨਿਗਾਹ ਕਰਾਉਣੀ। ਹਜ਼ੂਰ ਨੇ ਬਚਨ ਕਰਨਾ ਸ਼ੁੱਧ ਹੈ। ਫਿਰ ਇੱਕ ਪਾਣੀ ਦਾ ਘੜਾ ਭਰ ਕੇ ਸਿਰ 'ਤੇ ਰੱਖ ਲੈਣਾ। ਇੱਕ ਧੋਤੀ ਨਾਲ ਲੈ ਕੇ ਬਾਬਾ ਜੀ ਤੋਂ ਆਗਿਆ ਲੈਣੀ। ਉਸ ਸਮੇਂ ਹੀ ਜਿੱਥੇ ਸੰਤ ਚਿੰਤਰਾਮ ਜੀ ਬੈਠੇ ਹੁੰਦੇ, ਆਪ ਜੀ ਨੇ ਸਿੱਧਾ ਉੱਥੇ ਹੀ ਭੇਜ ਦੇਣਾ। ਅਤੇ ਕਦੇ ਕਦੇ ਸੰਤ ਚਿੰਤਰਾਮ ਜੀ ਨੇੜੇ ਹੀ ਹੁੰਦੇ ਸਨ ਅਤੇ ਕਦੇ ਕਦੇ ਦੂਰ, ਪਰ ਹਜ਼ੂਰ ਦੀ ਦ੍ਰਿਸ਼ਟੀ ਸਭ ਥਾਂ ਉੱਪਰ ਹੁੰਦੀ। ਤਿਸ ਤੇ ਦੂਰ ਕਹਾਂ ਕੋ ਜਾਏ। ਗੁਰਬਾਕ ਅਨੁਸਾਰ ਬਾਬਾ ਜੀ ਉੱਥੇ ਹੀ ਹੁਕਮ ਕਰਕੇ ਭੇਜ ਦਿੰਦੇ ਸਨ। ਉੱਥੇ ਜਾ ਕੇ ਪਹਿਲਾਂ ਚਿੰਤਰਾਮ ਜੀ ਦਾ ਇਸ਼ਨਾਨ ਕਰਾਉਣਾ, ਫਿਰ ਉਸ ਜਗ੍ਹਾ ਤੋਂ ਪਾਸੇ ਕਰਕੇ ਨਵੀਂ ਧੋਤੀ ਬੰਨਣੀ, ਅਗਲੀ ਖੋਲ੍ਹਣੀ, ਤਾਂ ਕਿਤੇ ਹੌਲੀ ਹੌਲੀ ਕਰਕੇ ਉਹਨਾਂ ਪ੍ਰਸ਼ਾਦਾ ਛਕਣਾ। ਕਿਉਂਕਿ ਸੰਤ ਚਿੰਤਰਾਮ ਜੀ ਤਾਂ ਵਿਦੇਹ ਹੀ ਰਹਿੰਦੇ ਸਨ। ਇਹਨਾਂ ਨੂੰ ਧੁੱਪ ਛਾਂ, ਗਰਮੀ ਸਰਦੀ ਦਾ ਕੋਈ ਖਿਆਲ ਹੀ ਨਹੀਂ ਸੀ। ਨਾਨਕ ਦੁੱਖ ਸੁੱਖ ਵਿਆਪਤ ਨਹੀਂ, ਜਿੱਥੇ ਆਤਮ ਰਾਮ ਪ੍ਰਗਾਸ ਵਾਲੀ ਅਵਸਥਾ ਵਿੱਚ ਰਹਿੰਦੇ ਸਨ। ਇਹ ਪ੍ਰਸ਼ਾਦੇ ਦੀ ਸੇਵਾ ਅੱਠੀਂ ਪੈਰੀਂ ਹੁਕਮ ਨਾਲ ਹੁੰਦੀ ਸੀ। ਇਹ ਪ੍ਰਸੰਗ ਪਿਤਾ ਜੀ ਪਾਸੋਂ ਮਿਲਿਆ। ਜੋ ਕਿਛ ਕਰੇ ਸੋ ਮਨ ਮੇਰੇ ਮੀਠਾ, ਤਾਂ ਇਹ ਅਚਰਜ ਨੈਨੋ ਡੀਠਾ। ਬਾਬਾ ਜੀ ਪਾਸ ਭਗਤ ਧੰਨਾ ਸਿੰਘ ਨਾਮ ਦਾ ਭੁੱਚੋ ਨਗਰ ਦਾ ਰਹਿਣ ਵਾਲਾ ਸੇਵਾਦਾਰ ਸੀ। ਇਸ ਨੇ ਇੱਕ ਸਮੇਂ ਬਾਬਾ ਜੀ ਪਾਸ ਬੇਨਤੀ ਕੀਤੀ, ਮਹਾਰਾਜ, ਸਾਡੇ ਘਰ ਵਿੱਚ ਅਸੀਂ 2 ਜੀ ਹਾਂ ਅਤੇ ਸਾਡਾ ਆਪਸ ਵਿੱਚ ਕਲੇਸ਼ ਬਹੁਤ ਰਹਿੰਦਾ ਹੈ। ਬਾਬਾ ਜੀ ਨੇ ਪੁੱਛਿਆ, ਕਲੇਸ਼ ਕਿਸ ਗੱਲ ਦਾ ਹੈ? ਭਗਤ ਨੇ ਦੱਸਿਆ ਕਿ ਮੇਰੇ 2 ਲੜਕੀਆਂ ਜਵਾਨ ਹਨ, ਘਰ ਵਿੱਚ ਗਰੀਬੀ ਹੈ। ਮੈਂ ਆਖਦਾ ਹਾਂ ਲੜਕੀਆਂ ਪੁੰਨ ਦੀਆਂ ਵਿਆਹ ਦੇਈਏ, ਅਤੇ ਘਰ ਵਾਲੀ ਆਖਦੀ ਹੈ ਸਾਰੇ ਰਿਸ਼ਤੇਦਾਰ ਸੱਦ ਕੇ ਮਠਿਆਈਆਂ ਪਕਾ ਕੇ ਵਿਆਹ ਕਰਾਂਗੇ। ਬਾਬਾ ਜੀ ਨੇ ਬਚਨ ਕੀਤਾ, ਜਦੋਂ ਘਰ ਗਰੀਬੀ ਹੈ ਮਠਿਆਈ ਕਿਵੇਂ ਪੱਕੇਗੀ? ਤਾਂ ਧੰਨੇ ਭਗਤ ਨੇ ਕਿਹਾ, ਜੀ ਲੜਕੀਆਂ ਦੇ ਪੈਸੇ ਲੈ ਕੇ ਹੀ ਹੋ ਸਕਦਾ ਹੈ। ਬਾਬਾ ਜੀ ਨੇ ਬਚਨ ਕੀਤਾ, ਲੜਕੀਆਂ ਦੇ ਪੈਸੇ ਨਹੀਂ ਲੈਣੇ, ਇਹ ਬਹੁਤ ਪਾਪ ਹੈ। ਤਾਂ ਧੰਨੇ ਭਗਤ ਨੇ ਕਿਹਾ, ਜੀ ਮੇਰੇ ਘਰ ਵਾਲੀ ਨਹੀਂ ਮੰਨਦੀ। ਬਾਬਾ ਜੀ ਨੇ ਬਚਨ ਕੀਤਾ, ਤੂੰ ਆਪਣੇ ਪ੍ਰਣ 'ਤੇ ਡਟਿਆ ਰਹੋ ਅਤੇ ਉਸ ਨੂੰ ਜਾਣ ਦੇ। ਤਾਂ ਧੰਨੇ ਭਗਤ ਨੇ ਕਿਹਾ, ਜੀ ਠੀਕ ਹੈ। ਬਾਬਾ ਜੀ ਨੇ ਬਚਨ ਕੀਤਾ, ਸ਼ੁੱਧ ਹੈ। ਉਪਰੰਤ ਕੁਝ ਸਮੇਂ ਬਾਅਦ ਧੰਨੇ ਭਗਤ ਦੇ ਘਰੋਂ ਮਰ ਗਈ। ਫਿਰ ਧੰਨਾ ਭਗਤ ਬਾਬਾ ਜੀ ਕੋਲ ਆ ਕੇ ਅਫਸੋਸ ਕਰਨ ਲੱਗਾ। ਅੱਗੋਂ ਹਜ਼ੂਰ ਨੇ ਬਚਨ ਕੀਤਾ, ਤੈਨੂੰ ਤਾਂ ਕਿਹਾ ਸੀ ਉਸ ਨੂੰ ਜਾਣ ਦੇ, ਅਤੇ ਉਹ ਚਲੀ ਗਈ। ਹੁਣ ਬੇਫਿਕਰ ਹੋ ਕੇ ਧਰਮ ਕਾਰਜ ਕਰ। ਉਪਰੰਤ ਧੰਨੇ ਭਗਤ ਨੇ ਦੋਵੇਂ ਲੜਕੀਆਂ ਦੇ ਵਿਆਹ ਪੁੰਨ ਅਰਥ ਕੀਤੇ। ਇਹ ਪ੍ਰਸੰਗ ਗੁਲਵੰਤ ਸਿੰਘ ਢਿੱਲੋਂ ਪਾਸੋਂ ਮਿਲਿਆ। ਅਣ ਮੰਗਿਆ ਦਾਨ ਦੇਵਣਾ, ਕਹੋ ਨਾਨਕ ਸੱਚ ਸਮਾਲ ਜੀਓ। ਇੱਕ ਪੰਡਤ ਰਿਆਸਤ ਪਟਿਆਲੇ ਦਾ ਰਹਿਣ ਵਾਲਾ ਸੀ। ਇਹ ਪੰਡਤ ਚੰਗਾ ਵਿਦਵਾਨ ਅਤੇ ਜੋਤਸੀ ਵਿਦਿਆ ਦਾ ਵੀ ਜਾਣੂ ਸੀ।
ਇੱਕ ਵਾਰ ਕਿਸੇ ਰਿਸ਼ਤੇਦਾਰੀ ਵਿੱਚ ਮਿਲਣ ਗਿਆ। ਉਹਨਾਂ ਦੀ ਪ੍ਰੇਰਨਾ ਨਾਲ ਬਾਬਾ ਜੀ ਦੇ ਦਰਸ਼ਨ ਕਰਨ ਆਇਆ। ਇਸ ਦੇ ਰਿਸ਼ਤੇਦਾਰ ਵੀ ਨਾਲ ਸਨ। ਪਹਿਲਾਂ ਤਾਂ ਇਹ ਮੰਨਦਾ ਨਹੀਂ ਸੀ, ਪਰ ਜਿਸ ਵਕਤ ਰਿਸ਼ਤੇਦਾਰ ਆਏ ਤਾਂ ਨਾਲ ਇਹ ਵੀ ਆ ਗਿਆ। ਸਭ ਨੇ ਨਮਸਕਾਰ ਕੀਤੀ ਅਤੇ ਬੈਠ ਗਏ। ਉਪਰੰਤ ਬਾਬਾ ਜੀ ਨੇ ਬਚਨ ਕੀਤਾ, ਤੁਹਾਡਾ ਪ੍ਰਸ਼ਨ ਕੀ ਹੈ? ਉੱਤਰ ਵਿੱਚ ਸਭਨਾਂ ਨੇ ਬੇਨਤੀ ਕੀਤੀ, ਜੀ ਇਹ ਸਾਡਾ ਰਿਸ਼ਤੇਦਾਰ ਹੈ ਤੇ 2 ਸ਼ਾਦੀਆਂ ਕੀਤੀਆਂ ਹਨ, ਪਰ ਔਲਾਦ ਕਿਸੇ ਦੇ ਨਹੀਂ ਹੋਈ। ਉਪਰੰਤ ਬਾਬਾ ਜੀ ਨੇ ਉਸ ਪੰਡਤ ਵੱਲ ਵੇਖ ਕੇ ਬਚਨ ਕੀਤਾ, ਕਿਉਂ ਦੇਵਤਾ, ਤੂੰ ਜੋਤਿਸ਼ ਵਿਦਿਆ ਜਾਣਦਾ ਹੈ, ਤੇਰੀ ਵਿਦਿਆ ਕੀ ਆਖਦੀ ਹੈ? ਪੰਡਤ ਨੇ ਬੇਨਤੀ ਕੀਤੀ, ਜੀ ਮੇਰੀ ਵਿਦਿਆ ਨੇ ਤਾਂ ਮੈਨੂੰ ਦੱਸ ਦਿੱਤਾ ਕਿ 7 ਜਨਮ ਪੁੱਤ ਨਹੀਂ ਹੋ ਸਕਦਾ। ਬਾਬਾ ਜੀ ਨੇ ਬਚਨ ਕੀਤਾ ਤੇ 8ਵੇਂ ਜਨਮ ਦਾ ਵੀ ਪਤਾ ਕਰ ਲੈਣਾ ਸੀ। ਪੰਡਤ ਨੇ ਬੇਨਤੀ ਕੀਤੀ, ਮਹਾਰਾਜ ਇਸ ਤੋਂ ਅੱਗੇ ਮੇਰੀ ਸਮਝ ਨਹੀਂ ਜਾਂਦੀ ਜੀ। ਮੈਂ ਵਿਆਹ ਵੀ 2 ਕਰ ਲਏ, ਉਮਰ ਵੀ ਪਿਛਲੀ ਹੋ ਗਈ ਹੈ। ਬਾਬਾ ਜੀ ਨੇ ਬਚਨ ਕੀਤਾ, ਜੇ ਦੋਹਾਂ ਬੀਬੀਆਂ ਦੇ ਘਰ ਔਲਾਦ ਹੋ ਜਾਏ ਫਿਰ ਤਾਂ ਠੀਕ ਹੈ। ਤਾਂ ਪੰਡਤ ਨੇ ਬੇਨਤੀ ਕੀਤੀ ਕਿ ਮਹਾਰਾਜ ਗ੍ਰੰਥ ਤਾਂ ਜਵਾਬ ਦੇ ਗਏ ਹਨ। ਬਾਬਾ ਜੀ ਨੇ ਬਚਨ ਕੀਤਾ, ਗੁਰੂ ਨਾਨਕ ਦੇ ਘਰ ਵਿੱਚ ਸਭ ਕੁਝ ਹੈ, ਤੂੰ ਨਿਰਾਸ਼ ਨਾ ਹੋ। ਉਪਰੰਤ ਪੰਡਤ ਨੇ ਜਰਾ ਕੁ ਤੇਜ਼ੀ ਵਿੱਚ ਆ ਕੇ ਕਿਹਾ, ਜੇ ਮੇਰੇ ਔਲਾਦ ਹੋ ਜਾਏ ਮੈਂ ਗ੍ਰੰਥ ਸਾੜ ਦਿਆਂਗਾ। ਗ੍ਰੰਥਾਂ ਵਿੱਚ ਤਾਂ ਮੇਰੇ ਘਰ ਔਲਾਦ ਦਾ ਕੋਈ ਯੋਗ ਨਹੀਂ ਬਣਦਾ। ਬਾਬਾ ਜੀ ਨੇ ਬਚਨ ਕੀਤਾ, ਗ੍ਰੰਥ ਵੀ ਠੀਕ ਕਹਿੰਦੇ ਹਨ। ਤੂੰ ਫਿਰ ਜਦੋਂ ਆਵੇਂ ਦੋਨਾਂ ਬੀਬੀਆਂ ਨੂੰ ਨਾਲ ਲੈ ਕੇ ਆਵੀਂ। ਤਾਂ ਕੋਲ ਬੈਠੇ ਉਸ ਦੇ ਰਿਸ਼ਤੇਦਾਰਾਂ ਨੇ ਕਿਹਾ ਕਿ ਤੂੰ ਹਾਂ ਕਰ ਦੇ। ਉਪਰੰਤ ਉਸਨੇ ਹਾਂ ਕਰ ਦਿੱਤੀ। ਫਿਰ ਆਗਿਆ ਮਿਲਣ ਉਪਰੰਤ ਪਟਿਆਲੇ ਵਾਲਾ ਪੰਡਤ ਆਪਣੇ ਘਰ ਚਲਾ ਗਿਆ ਅਤੇ ਫਿਰ 1 ਮਹੀਨੇ ਬਾਅਦ ਦੋਵਾਂ ਟੱਬਰਾਂ ਨੂੰ ਨਾਲ ਲੈ ਕੇ ਆਇਆ ਅਤੇ ਰਿਸ਼ਤੇਦਾਰ ਵੀ ਨਾਲ ਸੀ। ਰਿਸ਼ਤੇਦਾਰ ਪੁਰਾਣਾ ਆਉਂਦਾ ਹੋਣ ਕਰਕੇ ਉਸ ਨੂੰ ਸਾਰੀ ਮਰਿਆਦਾ ਦਾ ਪਤਾ ਸੀ। ਉਸ ਨੇ ਦੋਹਾਂ ਬੀਬੀਆਂ ਨੂੰ ਸਾਰਾ ਕੁਝ ਪਹਿਲਾਂ ਹੀ ਸਮਝਾ ਦਿੱਤਾ ਸੀ। ਜਿਸ ਵਕਤ ਚਾਰੇ ਬਾਬਾ ਜੀ ਦੇ ਹਜ਼ੂਰ ਪਹੁੰਚੇ, ਨਮਸਕਾਰ ਕੀਤੀ। ਉਪਰੰਤ ਬਾਬਾ ਜੀ ਨੇ ਨਾਨਕੇ, ਦਾਦਕੇ, ਸਹੁਰੇ ਜਿਸ ਤਰ੍ਹਾਂ ਅੱਗੇ ਪੁੱਛਦੇ ਤੇ ਲਿਖਦੇ ਸੀ ਲਿਖਵਾਏ ਤੇ ਫਿਰ ਹੁਕਮ ਅਨੁਸਾਰ ਜਿਸ ਨੂੰ ਸਰਾ ਕਹਿੰਦੇ ਸਨ ਕਰਵਾਈ। ਉਪਰੰਤ ਬਚਨ ਕੀਤਾ, ਜਾਓ ਸ਼ੁੱਧ ਹੈ। ਫਿਰ ਪੰਡਤ ਦੀਆਂ ਦੋਹਾਂ ਘਰ ਵਾਲੀਆਂ ਦੇ ਘਰ 1-2 ਮਹੀਨੇ ਦੇ ਫਰਕ ਨਾਲ ਬੱਚੇ ਹੋਏ। ਉਪਰੰਤ ਪੰਡਤ ਸਮੇਤ ਪਰਿਵਾਰ ਹਜ਼ੂਰ ਦੇ ਚਰਨਾਂ ਵਿੱਚ ਹਾਜ਼ਰ ਹੋਇਆ। ਬਾਬਾ ਜੀ ਨੇ ਬਚਨ ਕੀਤਾ, ਕਿਉਂ ਪੰਡਤ ਜੀ, ਅਸੀਂ ਸੱਚੇ ਕਿ ਤੇਰੀ ਵਿਦਿਆ ਸੱਚੀ। ਪੰਡਤ ਨੇ ਨਮਸਕਾਰ ਕੀਤੀ ਤਾਂ ਬਚਨ ਕੀਤਾ, ਇਹ 2 ਬੱਚੇ ਤੇਰੇ 8ਵੇਂ ਜਨਮ ਵਿੱਚ ਹੋਣੇ ਸਨ ਤੇ ਤੈਨੂੰ ਹੁਣੇ ਮਿਲ ਗਏ। ਇਹ ਗੁਰੂ ਨਾਨਕ ਦੀ ਕਿਰਪਾ ਹੈ। ਉਪਰੰਤ ਪੰਡਤ ਨੂੰ ਖੁਸ਼ੀਆਂ ਦੇ ਕੇ ਤੋਰਿਆ। ਕੁੰਡਲੀਆਂ। ਸ੍ਰੀ ਸੰਤ ਮਹਾਂ ਹਰਨਾਮ ਸਿੰਘ, ਤੇਰੀ ਲੀਲਾ ਅਪਰ ਅਪਾਰ, ਤੇ ਕਹਿਣ ਸੁਣਨ ਤੋਂ ਬਾਹਰ ਹੈ ਬੇਅੰਤ ਬੇਸ਼ੁਮਾਰ। ਬੇਅੰਤ ਬੇਸ਼ੁਮਾਰ ਹਰ ਥਾਂ ਹਾਜ਼ਰ ਨਾਜ਼ਰ, ਜਾਹਰ ਕਲਾ ਦਿਖਾਏ ਕੇ ਨਾ ਹੋਏ ਜਾਹਰ। ਕਹੇ ਕਵੀ ਸਤਨਾਮ ਸਿੰਘ ਬਾਰ ਬਾਰ ਬੰਦਨ ਕਰੀ,
ਆਦਿ ਪੁਰਖ ਅਬਚਲ ਅਟਲ ਪਰਮ ਜੋਤ ਪਰਮੇਸ਼ਰੀ। ਇਹ ਦੋਨੋਂ ਪ੍ਰਸੰਗ ਈਸਰ ਸਿੰਘ ਨੰਬਰਦਾਰ ਅਤੇ ਰਤਨ ਸਿੰਘ ਤੋਂ ਮਿਲੇ। ਆਪਣੇ ਸੇਵਕ ਕੀ ਆਪੇ ਰਾਖੇ, ਆਪੇ ਨਾਮ ਜਪਾਵੇ। ਬਾਬਾ ਜੀ ਦੇ ਸਮੇਂ ਕਿਸੇ ਵੀ ਸੇਵਾਦਾਰ ਨੂੰ ਔਕੜ ਆਵੇ ਤੁਰੰਤ ਹੀ ਹੱਲ ਕਰ ਦਿੰਦੇ ਸਨ। ਈਸਰ ਸਿੰਘ ਢਿੱਲੋਂ ਜਿਸ ਸਮੇਂ ਸੇਵਾ ਵਿੱਚ ਸੀ, ਈਸਰ ਸਿੰਘ ਦਾ ਪਿਤਾ ਸੁੰਦਰ ਸਿੰਘ ਤੇ ਮਾਤਾ ਕਿਸ਼ਨ ਕੌਰ ਦੋਵੇਂ ਇੱਕ ਵਾਰ ਪੁੱਛੋ ਈਸਰ ਸਿੰਘ ਕੋਲ ਆਏ ਤੇ ਕਹਿਣ ਲੱਗੇ ਕਿ ਘਰ ਚੱਲ, ਪਰੰਤੂ ਈਸਰ ਸਿੰਘ ਨੇ ਬਾਬਾ ਜੀ ਦੇ ਹੁਕਮ ਤੋਂ ਬਿਨਾਂ ਜਾਣ ਤੋਂ ਇਨਕਾਰ ਕਰ ਦਿੱਤਾ। ਪਰ ਇਸ ਦੇ ਮਾਤਾ ਪਿਤਾ ਬਹੁਤ ਲੜੇ, ਘੱਟ ਵੱਧ ਗੱਲਾਂ ਕੀਤੀਆਂ, ਪਰ ਅੱਗੋਂ ਨੰਬਰਦਾਰ ਨਹੀਂ ਬੋਲਿਆ। ਉਹਨਾਂ ਦੇ ਚਲੇ ਜਾਣ ਤੋਂ ਉਪਰੰਤ ਬਾਬਾ ਜੀ ਨੇ ਬਚਨ ਕੀਤਾ, ਨੰਬਰਦਾਰਾ ਤੇਰੇ ਮਾਤਾ ਪਿਤਾ ਕੀ ਆਖਦੇ ਸਨ? ਉਪਰੰਤ ਨੰਬਰਦਾਰ ਨੇ ਬੇਨਤੀ ਕੀਤੀ, ਜੀ ਤੁਸੀਂ ਵੀ ਸੁਣਦੇ ਹੀ ਰਹੇ ਹੋ। ਬਾਬਾ ਜੀ ਨੇ ਬਚਨ ਕੀਤਾ, ਸ਼ੁੱਧ ਹੈ। ਇਸ ਤੋਂ ਬਾਅਦ ਮਾਤਾ ਪਿਤਾ ਨੇ ਜਦੋਂ ਵੀ ਆਉਣਾ ਤੇ ਲੜਨਾ। ਇਹ ਤਕਰੀਬਨ ਸਿਲਸਿਲਾ ਕਾਫੀ ਚਿਰ ਚੱਲਦਾ ਰਿਹਾ। ਉਹਨਾਂ ਨੇ ਈਸਰ ਸਿੰਘ ਦੇ ਘਰੋਂ ਬੀਬੀ ਭਾਗੀ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ। ਸੋਚਿਆ ਹੁਣ ਘਰ ਹੀ ਆ ਜਾਏ, ਪਰੰਤੂ ਬਾਬਾ ਜੀ ਦੀ ਕੁਝ ਹੋਰ ਹੀ ਰਜਾ ਸੀ। ਜਿਵੇਂ ਬਾਣੀ ਵਿੱਚ ਹੁਕਮ ਹੈ, ਆਪਣਾ ਚਿਤਵਿਆ ਹਰ ਕਰੇ, ਜੋ ਮੇਰੇ ਚਿਤ ਨ ਹੋਏ। ਨੰਬਰਦਾਰ ਨੇ ਇਹ ਗੱਲ ਬਾਬਾ ਜੀ ਪਾਸ ਕਰ ਦਿੱਤੀ ਕਿ ਮਹਾਰਾਜ ਹੁਣ ਮੇਰੇ ਮਾਂ ਪਿਓ ਮੇਰੀ ਘਰਵਾਲੀ ਨੂੰ ਤੰਗ ਕਰਦੇ ਹਨ। ਤਾਂ ਬਾਬਾ ਜੀ ਨੇ ਬਚਨ ਕੀਤਾ, ਸ਼ੁੱਧ ਹੈ, ਤੁਸੀਂ ਮਿਲ ਕੇ ਸੇਵਾ ਕਰੋ ਤੇ ਉਸ ਨੂੰ ਇੱਥੇ ਲੈ ਆ। ਹੁਕਮ ਅਨੁਸਾਰ ਨੰਬਰਦਾਰ ਆਪਣੇ ਘਰਵਾਲੀ ਨੂੰ ਵੀ ਨਾਲ ਲੈ ਆਇਆ। ਫਿਰ ਦੋਵੇਂ ਮਿਲ ਕੇ ਸੇਵਾ ਕਰਨ ਲੱਗੇ। ਇਹ ਵੀ ਬਾਬਾ ਜੀ ਨੇ ਬਾਣੀ ਅਨੁਸਾਰ ਸਭ ਚਿੰਤਾ ਗਣਤ ਮਿਟਾਈ ਤੇ ਬਚਨ ਕੀਤਾ, ਤੇਰੀ ਸੇਵਾ ਨੂੰ ਰੰਗ ਭਾਗ ਲੱਗਣ, ਸੇਵਾ ਕਰੀ ਚੱਲ। ਨੰਬਰਦਾਰ ਤੇ ਇਸ ਦੀ ਘਰਵਾਲੀ ਸੇਵਾ ਕਰਦੇ ਰਹੇ। ਨੰਬਰਦਾਰ ਈਸਰ ਸਿੰਘ ਕੱਚੀ ਭੁੱਚੋਂ ਵਿਆਹਿਆ ਹੋਇਆ ਸੀ। ਇਹ ਪ੍ਰਸੰਗ ਰਤਨ ਸਿੰਘ ਢਿੱਲੋਂ ਨੇ ਨੰਬਰਦਾਰ ਈਸਰ ਸਿੰਘ ਤੋਂ ਸੁਣੇ ਤੇ ਲਿਖਾਏ। ਆਪਣੇ ਦਾਸ ਕੋ ਦੇ ਵਡਾਈ। ਇੱਕ ਵਾਰ ਬਾਬਾ ਜੀ ਦੀ ਦਾੜ ਨਿਕਲ ਗਈ। ਈਸਰ ਸਿੰਘ ਨੰਬਰਦਾਰ ਜੋ ਉਸ ਵਕਤ ਸੇਵਾ ਕਰਦਾ ਸੀ, ਉਸ ਨੇ ਸੰਭਾਲ ਲਈ। ਅੰਤਰਜਾਮੀ ਬਾਬਾ ਜੀ ਨੇ ਬਚਨ ਕੀਤਾ, ਨੰਬਰਦਾਰਾ ਜਿਹੜੀ ਤੂੰ ਸਾਡੀ ਦਾੜ ਸੰਭਾਲ ਕੇ ਰੱਖੀ ਹੈ, ਉਸ ਨੂੰ ਸੰਭਾਲੀ ਰੱਖੀ, ਤੇਰੇ ਅੱਗੇ ਕੋਈ ਅੜੇਗਾ ਨਹੀਂ। ਇਸ ਹੁਕਮ ਨੂੰ ਨੰਬਰਦਾਰ ਨੇ ਸੱਤ ਕਰਕੇ ਮੰਨਿਆ ਤੇ ਹਰ ਵੇਲੇ ਆਪਣੇ ਕੋਲ ਰੱਖਣੀ। ਕਿਸੇ ਵੀ ਬੰਦੇ ਨੇ ਉਸ ਦੇ ਸਾਹਮਣੇ ਅੜਨ ਦੀ ਹਿੰਮਤ ਨਾ ਕੀਤੀ। ਸਭ ਨੇ ਪਿਆਰ ਵੀ ਕੀਤਾ, ਉਸ ਉੱਤੇ ਕਿਸੇ ਨੇ ਹੱਥ ਨਾ ਚੁੱਕਿਆ। ਜੇ ਕੋਈ ਗੈਰ ਹਾਜ਼ਰੀ ਬੋਲਿਆ, ਸਾਹਮਣੇ ਆਏ ਤੋਂ ਚੁੱਪ ਕਰ ਜਾਂਦਾ ਸੀ। ਬਚਨ ਅਨੁਸਾਰ ਉਸ ਦੀ ਪੂਰੀ ਰੱਖਿਆ ਹੁੰਦੀ ਰਹੀ। ਤੁਮਰੀ ਗਤ ਮਿਤ ਤੁਮ ਹੀ ਜਾਨੀ, ਸੇ ਸੇਵਕ ਜਿਨ ਭਾਗ ਮਥੋਰੀ। ਮਹਾਂਪੁਰਖ ਕਿਸੇ ਨਾਲ ਕਿਤਨਾ ਪਿਆਰ ਕਰਦੇ ਹਨ, ਕੋਈ ਨੇੜੇ ਹੈ, ਕੋਈ ਦੂਰ ਹੈ, ਇਸ ਵਿੱਚ ਕੀ ਅਗੰਮੀ ਭੇਤ ਹੈ, ਇਹ ਤਾਂ ਉਹ ਆਪ ਹੀ ਜਾਣਦੇ ਹਨ। ਬਾਬਾ ਜੀ ਦੇ ਸਮੇਂ ਤਕਰੀਬਨ ਡੇਰੇ 60 ਕੁ ਕੁੱਤੇ ਸਨ। ਇਹਨਾਂ ਵਿੱਚ ਇੱਕ ਡੱਬੇ ਰੰਗ ਦਾ ਕੁੱਤਾ ਸੀ
ਅਤੇ ਇਸ ਦਾ ਕੱਦ ਵੀ ਬਹੁਤ ਤਗੜਾ ਸੀ, ਪਰ ਕੁੱਤਿਆਂ ਵਾਲੀ ਗੱਲ ਇਸ ਵਿੱਚ ਕੋਈ ਨਹੀਂ ਸੀ। ਹੋਰ ਕੁੱਤੇ ਆਪਸ ਵਿੱਚ ਲੜਦੇ ਸਨ, ਪਰ ਇਹ ਇਕੱਲਾ ਹੀ ਬੈਠਾ ਰਹਿੰਦਾ ਸੀ ਤੇ ਕੁੱਤਿਆਂ ਦੇ ਵਿੱਚ ਵੀ ਨਹੀਂ ਸੀ ਮਿਲ ਕੇ ਬੈਠਦਾ। ਜਦੋਂ ਬਾਬਾ ਜੀ ਦੁੱਧ ਛਕਦੇ ਸਨ, ਆਪਣਾ ਸੀਤ ਪ੍ਰਸਾਦ ਇਸ ਨੂੰ ਜ਼ਰੂਰ ਦਿੰਦੇ ਸਨ, ਕਿਸੇ ਹੋਰ ਕੁੱਤੇ ਨੂੰ ਨਹੀਂ ਸੀ ਦਿੰਦੇ। ਇੱਕ ਵਾਰ ਨੰਬਰਦਾਰ ਈਸਰ ਸਿੰਘ ਨੇ ਪੁੱਛਿਆ, ਮਹਾਰਾਜ, ਇਸ ਨੂੰ ਸੀਤ ਪ੍ਰਸਾਦ ਦਿੰਦੇ ਹੋ, ਹੋਰ ਕਿਸੇ ਕੁੱਤੇ ਨੂੰ ਨਹੀਂ ਦਿੰਦੇ, ਕੀ ਕਾਰਨ? ਤਾਂ ਬਾਬਾ ਜੀ ਨੇ ਬਚਨ ਕੀਤਾ, ਨੰਬਰਦਾਰਾ, ਇਹ ਬੱਗਾ ਕੁੱਤਾ ਸਾਡਾ ਸਕਾ ਭਰਾ ਹੈ। ਇਸ ਦਾ ਨਾਮ ਦਸੌਂਦਾ ਸਿੰਘ ਸੀ। ਉਸ ਸਮੇਂ ਇਹ ਨੰਬਰਦਾਰ ਵੀ ਸੀ। ਵੱਡੀ ਆਦਕ ਬਹੁਤ ਲੈਂਦਾ ਸੀ, ਬੜਾ ਕੁਕਰਮੀ ਸੀ, ਤਾਂ ਇਹ ਇਸ ਜੂਨ ਵਿੱਚ ਆਇਆ ਹੈ। ਫਿਰ ਨੰਬਰਦਾਰ ਨੇ ਬੇਨਤੀ ਕੀਤੀ, ਮਹਾਰਾਜ, ਤੁਸੀਂ ਐਡੇ ਸਮਰੱਥ, ਤੁਹਾਡਾ ਦਰਸ਼ਨ ਕਰਕੇ ਲੋਕ ਤਰ ਗਏ ਤੇ ਇਹ ਕੁੱਤਾ ਬਣ ਗਿਆ। ਤਾਂ ਹਜ਼ੂਰ ਨੇ ਬਚਨ ਕੀਤਾ, ਨੰਬਰਦਾਰਾ, ਜੋ ਕਰਦਾ ਹੈ ਉਸ ਨੂੰ ਭਰਨਾ ਵੀ ਪੈਂਦਾ ਹੈ। ਇੱਥੇ ਕਿਸੇ ਦਾ ਲਿਹਾਜ਼ ਨਹੀਂ, ਬੰਦੇ ਨੂੰ ਆਪਣਾ ਭਾਰ ਲੈ ਕੇ ਹੀ ਲੰਘਣਾ ਔਖਾ ਹੈ। ਜਿਹੜਾ ਕਿਸੇ ਦਾ ਹੱਕ ਮਾਰਨਾ, ਨਿੰਦਿਆ ਚੁਗਲੀ ਕਰਨੀ, ਇਹ ਕਿਸੇ ਦਾ ਭਾਰ ਚੁੱਕਣਾ ਹੈ। ਕਬੀਰ, ਭਾਰ ਪਰਾਈ ਸਿਰ ਚਰੈ, ਚਲਿਓ ਚਾਹੇ ਬਾਟ, ਆਪਣੇ ਭਾਰੇ ਨਾ ਡਰੇ, ਆਗੇ ਔ ਘਟ ਘਾਟ। ਹੁਣ ਸਾਡੇ ਸਮੇਂ ਵਿੱਚ ਆ ਗਿਆ ਹੈ, ਇਸ ਦਾ ਸਭ ਕੁਝ ਨਿਬੜ ਜਾਏਗਾ। ਕਲੇਰੀ ਨਾਨਕਸਰ ਬਾਬਾ ਆਨੰਦ ਸਿੰਘ ਜੀ ਦੇ ਸਮੇਂ ਵੀ ਕੁੱਤਿਆਂ ਵਿੱਚ ਇੱਕ ਚਿੱਟੇ ਰੰਗ ਦਾ ਕੁੱਤਾ ਹੁੰਦਾ ਸੀ। ਜਿਸ ਵਕਤ ਬਾਬਾ ਜੀ ਨਾਨਕਸਰ ਠਾਠ ਵਿੱਚ ਸੰਗਤ ਨੂੰ ਦਰਸ਼ਨ ਦੇਣ ਆਇਆ ਕਰਦੇ ਸਨ, ਤਾਂ ਸਭ ਕੁੱਤਿਆਂ ਵਿੱਚੋਂ ਉਸ ਨੇ ਭੱਜ ਕੇ ਬਾਬਾ ਜੀ ਅੱਗੇ ਜਾ ਲੇਟਣਾ। ਬਾਬਾ ਜੀ ਉਸ ਨਾਲ ਛੋਟੀ ਸੁਹਾ ਕੇ, ਕਦੇ ਜੋੜੇ ਵਿੱਚੋਂ ਚਰਨ ਕੱਢ ਕੇ ਉਸ ਨਾਲ ਲਾਡ ਕਰਨਾ ਤੇ ਮੁਖ ਤੋਂ ਕਹਿਣਾ, ਆ ਭਾਈ ਮਹੰਤਾ। ਇੱਕ ਵਾਰ ਪੂਰਨਮਾਸ਼ੀ ਦੇ ਦਿਨ ਸ਼ਾਮ ਦਾ ਦੀਵਾਨ ਲੱਗਾ। ਉਹ ਚਿੱਟਾ ਕੁੱਤਾ ਕਿਵੇਂ ਨਾ ਕਿਵੇਂ ਬਾਬਾ ਜੀ ਦੇ ਸਾਹਮਣੇ ਦੀਵਾਨ ਵਿੱਚ ਆ ਗਿਆ। ਬਾਬਾ ਜੀ ਬੈਰਾਗਣ ਤੇ ਸਮਾਧੀ ਵਿੱਚ ਸਨ। ਇੱਕ ਸੇਵਾਦਾਰ ਉਸ ਕੁੱਤੇ ਨੂੰ ਬਾਹਰ ਕੱਢੇ, ਉਹ ਕੁੱਤਾ ਰੌਲਾ ਪਾਵੇ। ਬਾਬਾ ਜੀ ਨੇ ਬੈਰਾਗਣ ਰੱਖ ਕੇ ਬਚਨ ਕੀਤਾ, ਇਸ ਨੂੰ ਪੁਚਕਾਰ ਕੇ ਬਾਹਰ ਲੈ ਜਾਓ। ਸੇਵਕ ਨੇ ਇਸ ਤਰ੍ਹਾਂ ਕਰਕੇ ਬਾਹਰ ਕੱਢਿਆ। ਫਿਰ ਹੁਕਮ ਕੀਤਾ ਕਿ ਇਸ ਨੂੰ ਲੰਗਰ ਵਿੱਚ ਲੈ ਜਾਓ। ਲਾਂਗਰੀ ਨੂੰ ਹੁਕਮ ਕੀਤਾ ਕਿ ਇਸ ਨੂੰ ਖੀਰ ਤੇ ਕੜਾਹ ਪ੍ਰਸ਼ਾਦ ਰਜਾ ਕੇ ਖਵਾਓ। ਉਪਰੰਤ ਕੁਝ ਦਿਨਾਂ ਬਾਅਦ ਉਹ ਕੁੱਤਾ ਮਰ ਗਿਆ। ਸੇਵਕ ਨੇ ਬੇਨਤੀ ਕੀਤੀ, ਜੀ ਉਹ ਕੁੱਤਾ ਮਰ ਗਿਆ ਹੈ। ਬਾਬਾ ਜੀ ਨੇ ਹੁਕਮ ਕਰਕੇ ਉਸ ਦਾ ਇਸ਼ਨਾਨ ਕਰਾ ਕੇ, ਕੱਪੜਾ ਪਵਾ ਕੇ ਸੰਸਕਾਰ ਕਰਾ ਦਿੱਤਾ। ਇਹ ਕੌਤਕ ਸੰਤ ਖੇਮ ਸਿੰਘ ਜੀ ਨੇ ਵੇਖਿਆ ਅਤੇ ਲਿਖਾਇਆ। ਨੰਬਰ 2, ਬਾਬਾ ਜੀ ਦੇ ਸਮੇਂ ਬਹੁਤ ਕੁੱਤੇ ਸਨ। ਪਾਠਕ ਪਿੱਛੇ ਸੁਣ ਚੁੱਕੇ ਹਨ ਕਿ ਕਿਸੇ ਮਜ਼੍ਹਬੀ ਸਿੱਖ ਨੇ ਇੱਕ ਕੁੱਤਾ ਮਾਰ ਦਿੱਤਾ ਤੇ ਸੇਵਾਦਾਰ ਨੇ ਹਜ਼ੂਰ ਕੋਲ ਬੇਨਤੀ ਕਰ ਦਿੱਤੀ ਤੇ ਉਸ ਦਾ ਨਾਮ ਦੱਸ ਕੇ ਕਿਹਾ, ਜੀ ਉਸ ਮਜ਼੍ਹਬੀ ਨੇ ਆਪਣਾ ਕੁੱਤਾ ਮਾਰ ਦਿੱਤਾ ਹੈ। ਬਾਬਾ ਜੀ ਨੇ ਹੁਕਮ ਕੀਤਾ, ਉਸ ਨੂੰ ਬੁਲਾਓ। ਜਾਂ ਪੁੱਛਿਆ, ਤੂੰ ਕੁੱਤਾ ਕਿਉਂ ਮਾਰਿਆ? ਉਸ ਨੇ ਕਿਹਾ, ਜੀ ਉਹ ਹਲਕਿਆ ਸੀ। ਬਾਬਾ ਜੀ ਨੇ ਹੁਕਮ ਕੀਤਾ, ਜਿਹੜਾ ਸੇਵਾਦਾਰ ਰੋਟੀ ਪਾਉਂਦਾ ਸੀ ਉਸ ਨੂੰ ਪੁੱਛੋ
ਆਪਣਾ ਕੋਈ ਕੁੱਤਾ ਹਲਕਿਆ ਸੀ। ਉਸਨੇ ਕਿਹਾ, ਜੀ ਨਹੀਂ, ਮੇਰੇ ਰੋਟੀ ਪਾਉਣ ਸਮੇਂ ਇਹ ਕੁੱਤੇ ਨੂੰ ਭਜਾ ਕੇ ਲੈ ਗਿਆ ਸੀ। ਫਿਰ ਮਜ਼੍ਹਬੀ ਤੋਂ ਪੁੱਛਿਆ ਕਿ ਇੱਕ ਤਾਂ ਤੂੰ ਬਿਨਾਂ ਕਸੂਰ ਤੋਂ ਦਰਵੇਸ਼ ਨੂੰ ਮਾਰਿਆ, ਦੂਜਾ ਤੂੰ ਝੂਠ ਬੋਲਿਆ ਕਿ ਉਹ ਹਲਕਿਆ ਸੀ। ਉਹ ਫਿਰ ਵੀ ਨਾ ਮੰਨੇ। ਅਖੀਰ 'ਤੇ ਬਚਨ ਕੀਤਾ, ਉਹ ਨਹੀਂ ਸੀ ਹਲਕਿਆ, ਤੂੰ ਹਲਕਿਆ ਹੈ, ਤੂੰ ਉਸੇ ਮੌਤ ਮਰੇਂਗਾ। ਉਪਰੰਤ ਇਹ ਬਚਨ ਸੱਤ ਹੋਇਆ। ਨੰਬਰ 3, ਪ੍ਰਤੀਤ ਹੀਏ ਆਈ ਜਿਨ ਜਨ ਕੈ, ਤਿਨ ਕੋ ਪਦਵੀ ਊਚ ਭਈ। ਮਹਾਂਪੁਰਖਾਂ ਕੋਲ ਕੋਈ ਪ੍ਰੇਮੀ ਆ ਕੇ ਆਪਣੇ ਭਲੇ ਵਾਸਤੇ ਬੇਨਤੀ ਕਰੇ, ਜੋ ਮਹਾਂਪੁਰਖ ਬਚਨ ਕਰਨ ਉਸ ਨੂੰ ਸੱਤ ਕਰਕੇ ਮੰਨੇ, ਇਹ ਵੱਡੇ ਭਾਗਾਂ ਦੀ ਨਿਸ਼ਾਨੀ ਹੈ। ਕਈ ਵਾਰ ਸੋਚਦਾ ਹੈ, ਜੋ ਕੁਝ ਮੈਨੂੰ ਕਿਹਾ ਹੈ ਇਹ ਗੱਲ ਕਿਵੇਂ ਵੀ ਨਹੀਂ ਹੋ ਸਕਦੀ। ਮਹਾਂਪੁਰਖ ਦੀ ਰਮਝ ਨਾ ਸਮਝ ਸਕਣ ਕਰਕੇ ਕੁਝ ਪ੍ਰਾਪਤ ਨਹੀਂ ਕਰ ਸਕਦਾ। ਇਸੇ ਤਰ੍ਹਾਂ ਹੀ ਇੱਕ ਵਾਰ ਮਾਨਕ ਖਾਨੇ ਵਾਲਿਆਂ ਨਾਲ ਹੋਈ। ਇੱਕ ਸਮੇਂ ਮਾਨਕ ਖਾਨੇ ਤੋਂ ਕੁਝ ਪ੍ਰੇਮੀ ਬਾਬਾ ਜੀ ਪਾਸ ਆ ਕੇ ਬੇਨਤੀ ਕਰਨ ਲੱਗੇ ਕਿ ਸੱਚੇ ਪਾਤਸ਼ਾਹ ਕਿਰਪਾ ਕਰੋ, ਸਾਡਾ ਨਗਰ ਵਸਦਾ ਹੋਇਆ ਵੀ ਬੇਆਬਾਦ ਜਿਹਾ ਲੱਗਦਾ ਹੈ। ਪਿੰਡ ਵਿੱਚ ਕੋਈ ਰੌਣਕ ਨਹੀਂ ਅਤੇ ਵਾਧਾ ਵੀ ਨਹੀਂ ਹੋ ਰਿਹਾ। ਤੁਹਾਡੇ ਦਰ ਤੋਂ ਕੋਈ ਖਾਲੀ ਨਹੀਂ ਮੁੜਿਆ, ਮਿਹਰ ਕਰੋ। ਉਪਰੰਤ ਬਾਬਾ ਜੀ ਨੇ ਬਚਨ ਕੀਤਾ, ਜਿਸ ਨਗਰ ਵਾਲੇ ਆਪਣੇ ਵੱਡੇ ਵਡੇਰਿਆਂ ਦੀ ਸੇਵਾ ਕਰਨੀ ਛੱਡ ਦੇਣ, ਉਹ ਲੋਕ ਸੁਖੀ ਨਹੀਂ ਵਸਦੇ। ਪੰਚਾਇਤ ਵਾਲਿਆਂ ਨੇ ਪੁੱਛਿਆ, ਮਹਾਰਾਜ, ਅਸੀਂ ਵੱਡ ਵਡੇਰਿਆਂ ਨੂੰ ਪੂਜਦੇ ਮੰਨਦੇ ਹਾਂ। ਬਾਬਾ ਜੀ ਕੋਲ ਇੱਕ ਮਾੜੀ ਜਿਹੀ ਕਤੂਰੀ ਬੈਠੀ ਸੀ। ਉਸ ਵੱਲ ਇਸ਼ਾਰਾ ਕਰਕੇ ਬਚਨ ਕੀਤਾ, ਜਿਸ ਤੁਹਾਡੇ ਵੱਡ ਵਡੇਰੇ ਨੇ ਪਿੰਡ ਬੰਨਿਆ ਸੀ, ਇਹ ਉਸ ਦੀ ਘਰ ਵਾਲੀ ਹੈ, ਵਿਚਾਰੀ ਰੁਲਦੀ ਫਿਰਦੀ ਹੈ। ਇਸ ਨੂੰ ਲੈ ਜਾ ਕੇ ਸੇਵਾ ਕਰੋ, ਫਿਰ ਤੁਸੀਂ ਵਧੋ ਫੁੱਲੋਗੇ। ਉਹਨਾਂ ਵਿੱਚੋਂ ਕਈ ਬੰਦੇ ਕਹਿਣ, ਨਹੀਂ ਜੀ, ਐਵੇਂ ਤੁਹਾਡਾ ਖਿਆਲ ਹੈ, ਕੁੱਤੀਆਂ ਵਿੱਚ ਕੀ ਧਰਿਆ ਹੈ ਤੇ ਕੁੱਤੀ ਦਾ ਪਿੰਡ ਦੀ ਗੱਲ ਨਾਲ ਕੀ ਸੰਬੰਧ, ਤੁਸੀਂ ਕਿਰਪਾ ਕਰੋ। ਪਰੰਤੂ ਬਾਬਾ ਜੀ ਨੇ ਬਚਨ ਕੀਤਾ, ਨਹੀਂ, ਸਾਰਾ ਸੰਬੰਧ ਇਸ ਨਾਲ ਹੈ। ਵੇਖ ਲਓ ਸੇਵਾ ਕਰਕੇ ਕਿਵੇਂ ਰੰਗ ਭਾਗ ਲੱਗਦੇ ਹਨ। ਪਰ ਉਹਨਾਂ ਨੇ ਬਚਨ ਨਹੀਂ ਮੰਨਿਆ। ਕੁੱਤੀ ਨਾ ਲੈ ਕੇ ਗਏ। ਉਪਰੰਤ ਉਹ ਨਗਰ ਅੱਜ ਤੱਕ ਵੀ ਉਹੋ ਜਿਹਾ ਹੀ ਹੈ। ਇਹ ਬਚਨ ਵੀ ਈਸਰ ਸਿੰਘ ਨੰਬਰਦਾਰ ਦੇ ਸਮੇਂ ਹੋਏ ਰਤਨ ਸਿੰਘ ਢਿੱਲੋਂ ਰਾਹੀਂ ਮਿਲਿਆ। ਸ੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।